गुरुजी का संदेश फैलाने और एनिमेटेड वीडियोस बनाने में हमारा सहयोग करें। ज्वाइन बटन दबाकर हमारे मेंबर बने या थैंक्स बटन दबाएं। साखी का हिंदी वर्जन देखने के लिए डिस्क्रिप्शन देखें। पिछली साखी विच आप जी ने देखा कि बाबा श्री चंद जी ने काबल दे बादशाह दी जान बचाई। जेकर आपने वो साखी नहीं देखी तां डिस्क्रिप्शन विच दिते हुए लिंक ते क्लिक करो। हुण देखदे हां कि अगे की होया। दूजे दिन बादशाह अमीरां वजीरां नाल बाबा जी दे दर्शनां दे लई धूने ते आया अते सिजदा करके बैठ गया। बाबा जी ने कहा, सारे ईश्वर दे बनाए हन। जेकर उसने फर्क नहीं किता ਤਾਂ ਆਪਾਂ ਕਿਉਂ ਭੇਦਭਾਵ ਕਰਦੇ ਹਾਂ। ਜੇਕਰ ਮੁਸਲਮਾਨਾਂ ਨੂੰ ਹਰ ਤਰ੍ਹਾਂ ਨਾਲ ਉਸ ਅੱਲਾ ਨੂੰ ਯਾਦ ਕਰਨ ਦੀ ਆਜ਼ਾਦੀ ਹੈ ਤਾਂ ਹਿੰਦੂਆਂ ਨੂੰ ਪਾਠ ਪੂਜਾ ਸ਼ੰਖ ਘੜਿਆਲ ਤੇ ਪਾਬੰਦੀ ਕਿਉਂ। ਇਹ ਸਭ ਸੁਣ ਕੇ ਬਾਦਸ਼ਾਹ ਦੇ ਕਪਾਟ ਖੁੱਲ ਗਏ। ਉਹ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਪਛਤਾਪ ਕਰਨ ਲੱਗਾ। ਬਾਬਾ ਜੀ ਮੈਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੋ ਗਿਆ ਹੈ। ਜੋ ਮੈਂ ਕੀਤਾ ਹੈ ਉਸ ਦਾ ਮੈਨੂੰ ਪਛਤਾਵਾ ਹੈ ਤੇ ਮੈਂ ਅੱਜ ਤੋਂ ਸਾਰੀ ਪਾਬੰਦੀਆਂ ਹਟਾਉਂਦਾ ਹਾਂ। ਜਿਵੇਂ ਮੈਂ ਮੁਸਲਮਾਨ ਨਾਲ ਵਿਵਹਾਰ ਕਰਾਂਗਾ ਉਸੇ ਤਰ੍ਹਾਂ ਹਿੰਦੂਆਂ ਨਾਲ ਕੋਈ ਵੀ ਭੇਦਭਾਵ ਨਹੀਂ ਕਰਾਂਗਾ। ਇਹ ਕਹਿ ਕੇ ਉਹ ਬਾਬਾ ਜੀ ਦਾ ਸੇਵਕ ਬਣ ਗਿਆ ਅਤੇ ਫਿਰ ਉਸਨੇ ਉਸੇ ਜਗ੍ਹਾ ਤੇ ਬਾਬਾ ਜੀ ਦਾ ਮੰਦਿਰ ਬਣਵਾਇਆ ਜੋ ਛੱਪਰ ਸਾਹਿਬ ਗੁੱਜਰ ਗਾਹਾਂ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਪ੍ਰਕਾਰ ਬਾਬਾ ਜੀ ਨੇ ਕਾਬਲ ਦਾ ਉਧਾਰ ਕੀਤਾ। ਇਸ ਪਿੱਛੋਂ ਬਾਬਾ ਜੀ ਮਹਾਰਾਜ ਨਾਨਕ ਚੱਕ ਪਹੁੰਚੇ ਅਤੇ ਉਹਨਾਂ ਨੇ ਉੱਥੇ ਆਪਣੀ ਧੂਣੀ ਲਗਾਈ। ਜਦੋਂ ਬਾਬਾ ਜੀ ਉੱਥੇ ਵਿਰਾਜਮਾਨ ਸਨ ਤਾਂ ਉਹਨਾਂ ਦੇ ਕੋਲ ਹਰੋ ਨਾਮ ਦੀ ਮਾਈ ਉਹਨਾਂ ਦੀ ਸੇਵਾ ਭੋਜਨ ਅਤੇ ਦੁੱਧ ਨਾਲ ਕਰਦੀ ਸੀ। ਕਾਫੀ ਸਮੇਂ ਤੱਕ ਉਸਨੇ ਉਸੇ ਤਰ੍ਹਾਂ ਉਹਨਾਂ ਦੀ ਸੇਵਾ ਕੀਤੀ। ਇੱਕ ਦਿਨ ਜਦੋਂ ਬਾਬਾ ਸ਼੍ਰੀ ਚੰਦ ਜੀ ਖੁਸ਼ੀ ਵਿੱਚ ਬੈਠੇ ਸਨ ਤਾਂ ਮਾਈ ਹਰੋ ਭੋਜਨ ਲੈ ਕੇ ਆਈ। ਭੋਜਨ ਕਰਨ ਤੋਂ ਪਿੱਛੋਂ ਬਾਬਾ ਜੀ ਨੇ ਕਿਹਾ, ਮਾਈ ਹਰੋ ਹਰੀ ਭਰੀ ਰਹੋ। ਬਾਬਾ ਜੀ ਦੇ ਇਹ ਸ਼ਬਦ ਸੁਣ ਕੇ ਮਾਈ ਹਰੋ ਦੋਨੋਂ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ। ਮਹਾਰਾਜ ਇਹ ਕੀ ਕਹਿ ਦਿੱਤਾ। ਮੈਂ ਤਾਂ ਵਿਧਵਾ ਹਾਂ। ਆਪ ਜੀ ਨੂੰ ਇਹ ਵਰ ਕਿਸੇ ਸੁਹਾਗਣ ਨੂੰ ਦੇਣਾ ਚਾਹੀਦਾ ਸੀ। ਉਦੋਂ ਬਾਬਾ ਜੀ ਨੇ ਆਪਣੇ ਧੂਨੇ ਵਿੱਚੋਂ ਇੱਕ ਜਲਦਾ ਬਰਗਦ ਦਾ ਡੰਡਾ ਹੱਥ ਵਿੱਚ ਫੜ ਲਿਆ ਅਤੇ ਜ਼ਮੀਨ ਵਿੱਚ ਜ਼ੋਰ ਨਾਲ ਗੱਡ ਦਿੱਤਾ ਅਤੇ ਕਿਹਾ, ਹਰੋ ਨਹੀਂ ਤਾਂ ਤੁਸੀਂ ਹੀ ਹਰੇ ਭਰੇ ਹੋ ਜਾਵੋ। ਐਨੇ ਕਹਿੰਦੇ ਸਾਰ ਹੀ ਬਰਗਦ ਪਲ ਭਰ ਵਿੱਚ ਹੀ ਹਰਾ ਭਰਾ ਹੋ ਗਿਆ। ਮਾਈ ਹਰੋ ਇਹ ਚਮਤਕਾਰ ਦੇਖ ਕੇ ਹੈਰਾਨ ਹੋ ਗਈ। ਬਾਬਾ ਜੀ ਨੇ ਕਿਹਾ, ਮਾਈ ਹਰੋ ਹੈਰਾਨ ਨਾ ਹੋ। ਸਾਡੀ ਜ਼ੁਬਾਨ ਵਿੱਚੋਂ ਨਿਕਲਿਆ ਸ਼ਬਦ ਕਦੀ ਵੀ ਖਾਲੀ ਨਹੀਂ ਜਾਂਦਾ। ਇਸੇ ਕਾਰਨ ਸਾਨੂੰ ਇਹ ਕਰਨਾ ਪਿਆ। ਦੂਜੇ ਪਾਸੇ ਹਿਮਾਲਿਆ ਪਰਬਤ ਦੀਆਂ ਉੱਚੀਆਂ ਚੋਟੀਆਂ ਤੇ ਬੈਠੇ ਗੋਰਖਨਾਥ ਜੀ ਦੇ ਸ਼ਿਸ਼ ਕੰਨ ਫਟੇ ਯੋਗੀਆਂ ਦੇ ਦਿਮਾਗ ਵੀ ਅਸਮਾਨ ਤੋਂ ਉੱਚੇ ਸਨ। ਉਹਨਾਂ ਨੇ ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਅਪਰੰਪਰ ਮਹਿਮਾ ਸੁਣੀ ਤਾਂ ਈਰਖਾ ਨਾਲ ਜਲ ਭੁੰਨ ਗਏ। ਬੜੇ ਗਰੂਰ ਨਾਲ ਉਹ ਸਾਰੇ ਕਹਿਣ ਲੱਗੇ, ਅਰੇ ਸ਼੍ਰੀ ਚੰਦ ਉਹੀ ਨਾ ਜੋ ਨਾਨਕ ਦਾ ਪੁੱਤਰ ਹੈ। ਨਾਨਕ ਖੁਦ ਤਾਂ ਗ੍ਰਸਤ ਆਦਮੀ ਸੀ। ਉਸਨੇ ਕਦੀ ਸਾਡੇ ਵਾਂਗ ਕੋਈ ਤਪ ਯੋਗ ਹੀ ਨਹੀਂ ਕੀਤਾ। ਹੁਣ ਉਸ ਦੇ ਪੁੱਤਰ ਦਾ ਨਾਮ ਲੈ ਰਹੇ ਹੋ। ਉਸ ਵਿੱਚ ਕਿਹੜੀ ਵੱਡੀ ਕਰਾਮਾਤ ਹੋਣੀ ਹੈ। ਦਿਨ ਰਾਤ ਈਸ਼ਵਰ ਦੀ ਯਾਦ ਵਿੱਚ ਸਰੀਰ ਨੂੰ ਸੁਖਾਣਾ ਪੈਂਦਾ ਹੈ। ਦੁਨੀਆ ਦੇ ਸ਼ੋਰ ਸ਼ਰਾਬੇ ਤੋਂ ਦੂਰ ਉਸ ਪ੍ਰਭੂ ਤੇ ਚਰਨਾਂ ਵਿੱਚ ਆਪਣਾ ਧਿਆਨ ਲਗਾਉਣਾ ਪੈਂਦਾ ਹੈ। ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ। ਗੁਰੂ ਗੋਰਖਨਾਥ ਦੀ ਸਾਡੇ ਤੇ ਕਿਰਪਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸ਼ਕਤੀ ਬਖਸ਼ੀ ਹੈ। ਕੁਰਬਾਨ ਜਾਈਏ ਅਸੀਂ ਆਪਣੇ ਇਹ ਜਿਹੇ ਗੁਰੂ ਤੇ ਜਿਸ ਦੇ ਨਾਮ ਤੇ ਅੱਗੇ ਸਾਰਾ ਸੰਸਾਰ ਝੁਕਦਾ ਹੈ। ਗੁਰੂ ਨਾਨਕ ਦੇਵ ਤਾਂ ਆਪ ਗ੍ਰਸਤੀ ਸਨ। ਗੁਰੂ ਨਾਨਕ ਦੇਵ ਦਾ ਪੁੱਤਰ ਕਿਵੇਂ ਗੋਰਖਨਾਥ ਦੇ ਸ਼ਿਸ਼ਿਆਂ ਦੀ ਬਰਾਬਰੀ ਕਰ ਸਕੇਗਾ। ਅਸੀਂ ਸ਼ਕਤੀਆਂ ਦੇ ਮਾਲਿਕ ਹਾਂ। ਜੋ ਮੁਖ ਤੋਂ ਕਹਿ ਦਿੱਤਾ ਪੱਥਰ ਦੀ ਲਕੀਰ ਹੋ ਜਾਂਦੀ ਹੈ। ਕਿਸੇ ਦੀ ਮਜਾਲ ਹੈ ਜੋ ਸਾਡੇ ਸਾਹਮਣੇ ਖੜਾ ਹੋ ਜਾਵੇ। ਇਹ ਸ਼ਬਦ ਕਹਿੰਦੇ ਆਪਸ ਵਿੱਚੋਂ ਪੁੱਛਣ ਲੱਗੇ ਕਿ ਬਾਬਾ ਸ਼੍ਰੀ ਚੰਦ ਜੀ ਇਸ ਸਮੇਂ ਕਿੱਥੇ ਹੋਣਗੇ। वो तो ਨਾਨਕ ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਪਣਾ ਧੂਣਾ ਲਾ ਕੇ ਬੈਠੇ ਹਨ। ਫਿਰ ਕੀ ਸੀ। ਸਿੱਧ ਜੋ ਗਿਣਤੀ ਵਿੱਚ 84 ਸਨ ਬਾਬਾ ਜੀ ਦੀ ਸ਼ਕਤੀ ਪਰਖਣ ਦੇ ਲਈ ਤਿਆਰ ਹੋ ਗਏ। ਸਾਰਿਆਂ ਨੇ ਸਲਾਹ ਕੀਤੀ ਅਤੇ ਕਿਹਾ, ਠੀਕ ਹੈ ਹੁਣ ਉਸ ਦਾ ਸਾਹਮਣਾ ਉੱਥੇ ਹੀ ਹੋਵੇਗਾ। ਸਾਨੂੰ ਉਸ ਕੋਲ ਬੜੀ ਸ਼ਾਨੋ ਸ਼ੌਕਤ ਨਾਲ ਜਾਣਾ ਚਾਹੀਦਾ ਹੈ। ਬਸ ਫਿਰ ਕੀ ਸੀ। ਉਹ ਸਾਰੇ ਹੀ ਆਪਣੀ ਸ਼ਕਤੀ ਨਾਲ ਬਾਜਾਂ ਵਾਂਗ ਉੱਡਣ ਲੱਗੇ। ਯੋਗ ਸ਼ਕਤੀਆਂ ਦੀ ਸਹਾਇਤਾ ਨਾਲ ਉੱਡਦੇ ਉਹ ਨਾਨਕ ਚੱਕ ਦੇ ਆਕਾਸ਼ ਤੇ ਇਕੱਠੇ ਹੋ ਗਏ।
ਥੱਲੇ ਬਾਬਾ ਸ਼੍ਰੀ ਚੰਦ ਜੀ ਧੂਣਾ ਲਗਾ ਕੇ ਬੈਠੇ ਸਨ। ਉਹਨਾਂ ਕੋਲ ਭਾਈ ਕਮਲਿਆ ਜੀ ਅਤੇ ਭਤੀਜਾ ਧਰਮਚੰਦ ਜੀ ਵਿਰਾਜਮਾਨ ਸਨ। ਮਹਾਰਾਜ ਸ਼ਿਵ ਸਰੂਪ ਉਦਾਸੀਨ ਆਚਾਰਯ ਦੀ ਸੂਰਤ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਅਚਾਨਕ ਸਾਰੇ ਸਿੱਧ ਜ਼ਮੀਨ ਤੇ ਉਤਰ ਆਏ ਅਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਨੂਰਾਨੀ ਚਿਹਰੇ ਦਾ ਤਾਪ ਝੱਲ ਨਾ ਸਕੇ। ਉਹਨਾਂ ਦਾ ਹਿਰਦਾ ਅੰਦਰ ਹੀ ਅੰਦਰ ਇਹ ਗੱਲ ਮਹਿਸੂਸ ਕਰ ਚੁੱਕਿਆ ਸੀ ਕਿ ਬਾਬਾ ਸ਼੍ਰੀ ਚੰਦ ਜੀ ਸੱਚਮੁੱਚ ਹੀ ਗਿਆਨ ਦਾ ਸੂਰਜ ਹਨ। ਉਹਨਾਂ ਦੇ ਨੂਰ ਵਿੱਚ ਪੂਰਨਮਾਸ਼ੀ ਦੇ ਚੰਦਰਮਾ ਜਿੰਨਾ ਪ੍ਰਕਾਸ਼ ਹੈ, ਤਾਂ ਹੀ ਇਹਨਾਂ ਨੂੰ ਸਾਰਾ ਸੰਸਾਰ ਸ਼੍ਰੀ ਚੰਦ ਜੀ ਕਹਿੰਦਾ ਹੈ। ਇਹ ਸੱਚਮੁੱਚ ਹੀ ਇਸ ਜਗਤ ਨੂੰ ਆਪਣੇ ਨਾਮ ਰੂਪੀ ਠੰਡੇ ਨੂਰ ਨਾਲ ਸ਼ੀਤਲ ਕਰ ਦੇਣਗੇ। ਪਰ ਫਿਰ ਵੀ ਉਹ ਹੱਠੀਆਂ ਵਾਂਗ ਅੱਗੇ ਵਧੇ ਅਤੇ ਬਾਬਾ ਜੀ ਦੇ ਆਸ-ਪਾਸ ਬੈਠ ਗਏ ਤਾਂ ਬਾਬਾ ਜੀ ਨੇ ਬੜੇ ਪਿਆਰ, ਮਿਠਾਸ ਅਤੇ ਆਦਰ ਸਤਿਕਾਰ ਨਾਲ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬਿਠਾਇਆ। ਸਿੱਧਾਂ ਨੇ ਕੁਝ ਅਹੰਕਾਰ, ਕੁਝ ਕੋੜੇ, ਕੁਝ ਈਰਖਾ ਨਾਲ ਭਰੇ ਕਥਨ ਬਾਬਾ ਜੀ ਦੇ ਨਾਲ ਕਰਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਨੇ ਤਪਦੇ ਹੋਏ 84 ਹਿਰਦਿਆਂ ਨੂੰ ਆਪਣੇ ਅੰਮ੍ਰਿਤ ਭਰੇ ਕਥਨਾਂ ਨਾਲ ਠੰਡਾ ਠਾਰ ਕਰ ਦਿੱਤਾ। ਸਿੱਧਾਂ ਦੇ ਮਨ ਨੂੰ ਕੁਝ ਸੰਤੁਸ਼ਟੀ ਹੋਈ, ਕੁਝ ਗਲਤ ਫਹਿਮੀਆਂ ਨਿਕਲੀਆਂ, ਕੁਝ ਮਨ ਦਾ ਭਾਰ ਹਲਕਾ ਹੋ ਗਿਆ। ਫਿਰ ਵੀ ਟੰਗ ਅੜਾਣ ਵਾਲਿਆਂ ਵਾਂਗ ਪ੍ਰੇਸ਼ਨ ਕਰਦੇ ਹੀ ਗਏ ਅਤੇ ਬਾਬਾ ਜੀ ਵੀ ਉਹਨਾਂ ਨੂੰ ਤਸੱਲੀ ਬਖਸ਼ ਉੱਤਰ ਦਿੰਦੇ ਗਏ। ਇਸ ਪ੍ਰਕਾਰ ਵਾਰਤਾਲਾਪ ਕਰਦੇ ਹੋਏ ਭੋਜਨ ਦਾ ਸਮਾਂ ਨਜ਼ਦੀਕ ਆਣ ਲੱਗਾ। ਭਾਈ ਕਮਲਿਆ ਜੀ ਬਾਬਾ ਜੀ ਦੀ ਆਗਿਆ ਲੈ ਕੇ ਨੇੜੇ ਤੇ ਨਗਰ ਕਾਦਰਾਬਾਦ ਭਿੱਖਿਆ ਮੰਗਣ ਦੇ ਲਈ ਜਾਣ ਲਈ ਤਿਆਰ ਹੋ ਗਏ। ਜਦੋਂ ਉਹ ਨਗਰ ਵਿੱਚ ਪਹੁੰਚੇ ਤਾਂ ਸਿੱਧਾ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਪਿੰਡ ਵਾਲਿਆਂ ਦੇ ਮਨ ਬਦਲ ਦਿੱਤੇ ਸਨ। ਕਮਲਿਆ ਜੀ ਨੂੰ ਕਾਦਰਾਬਾਦ ਵਿੱਚ ਹਰ ਰੋਜ਼ ਲੰਗਰ ਦੇ ਲਈ ਕਾਫੀ ਆਟਾ ਇਕੱਠਾ ਹੋ ਜਾਂਦਾ ਸੀ, ਪਰ ਅੱਜ ਕਿਸੇ ਨੇ ਵੀ ਭਾਈ ਜੀ ਨੂੰ ਇੱਕ ਚੁਟਕੀ ਭਰ ਆਟਾ ਵੀ ਨਾ ਦਿੱਤਾ। ਭਾਈ ਕਮਲਿਆ ਜੀ ਬਾਬਾ ਸ਼੍ਰੀ ਚੰਦ ਜੀ ਦੇ ਉੱਚ ਕੋਟੀ ਦੇ ਭਗਤ ਸਨ। ਉਹਨਾਂ ਨੂੰ ਪਿੰਡ ਵਾਲਿਆਂ ਤੇ ਬੜਾ ਹੀ ਗੁੱਸਾ ਆਇਆ। ਉਹ ਪਿੰਡ ਤੋਂ ਬਾਹਰ ਨਿਕਲ ਕੇ ਸੋਚਣ ਲੱਗੇ, हे भगवान, ये आप जी दी की लीला है। ये लोग जो आप दे नाम तो सारा कुछ कुर्बान करन लई तैयार सन, पर इन्हां विचों किसी ने भी एक चुटकी भर आटा भी नहीं दिता। कि ये लोग की इन्ने निर्दयी और कठोर हो चुके हन, मैं ये सहन नहीं कर सकता। ਇਹ ਕਹਿੰਦੇ ਹੀ ਉਹਨਾਂ ਦੇ ਮੁਖ ਤੋਂ ਬਚਨ ਨਿਕਲੇ, हे भगवान, हुण ए हो जावे, सारा पिंड इत्थे हो जावे। ਇਹ ਵਚਨ ਮੁਖ ਤੋਂ ਕੱਢ ਕੇ ਭਾਈ ਕਮਲਿਆ ਜੀ ਬੜੇ ਉਦਾਸ ਅਤੇ ਮਾਯੂਸ ਹੋ ਕੇ ਬਾਬਾ ਜੀ ਦੇ ਕੋਲ ਪਹੁੰਚੇ। ਅੰਤਰਜਾਮੀ ਬਾਬਾ ਜੀ ਨੇ ਜਦੋਂ ਭਾਈ ਜੀ ਦੇ ਦਿਲ ਦੀ ਗੱਲ ਜਾਣ ਲਈ ਤਾਂ ਉਹ ਕਹਿਣ ਲੱਗੇ, ਕਮਲਿਆ ਜੀ, ਇਹ ਆਪ ਜੀ ਨੇ ਚੰਗਾ ਨਹੀਂ ਕੀਤਾ। ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ। ਇਹ ਤਾਂ ਸਿੱਧਾ ਨੇ ਆਪਣੀਆਂ ਸ਼ਕਤੀਆਂ ਨਾਲ ਪਿੰਡ ਵਾਲਿਆਂ ਦੇ ਦਿਲ ਫੇਰ ਦਿੱਤੇ ਸਨ, ਪਰ ਆਪ ਤਾਂ ਸਾਡੇ ਸੇਵਕ ਹੋ ਤੇ ਆਪ ਦਾ ਕਥਨ ਖਾਲੀ ਨਹੀਂ ਜਾਵੇਗਾ। ਹੁਣ ਤੁਸੀਂ ਵਾਪਿਸ ਜਾਓ ਤੇ ਪਿੰਡ ਵਾਲਿਆਂ ਨੂੰ ਕਹਿ ਦੇਵੋ ਕਿ ਉਹ ਆਪਣੇ ਬਾਲ ਬੱਚੇ, ਮਾਲ, ਪਸ਼ੂ ਆਦਿ ਜੋ ਵੀ ਕੁਝ ਘਰ ਵਿੱਚ ਹੈ ਕੱਢ ਕੇ ਪਿੰਡ ਤੋਂ ਬਾਹਰ ਆ ਜਾਣ। ਇਸ ਲਈ ਹੁਣ ਇਸ ਪਿੰਡ ਦਾ ਕੋਈ ਮਕਾਨ, ਚੁਬਾਰਾ ਤੇ ਭਾਵੇਂ ਕੋਈ ਵੀ ਮਜ਼ਬੂਤ ਮਕਾਨ ਹੋਵੇ, ਉਹ ਨਹੀਂ ਰਹੇਗਾ। ਇਹ ਪਿੰਡ ਨਸ਼ਟ ਹੋ ਜਾਵੇਗਾ। ਭਾਈ ਕਮਲਿਆ ਜੀ ਨੇ ਪਿੰਡ ਵਾਲਿਆਂ ਨੂੰ ਜਾ ਕੇ ਦੱਸਿਆ ਤਾਂ ਉਹ ਬੜਾ ਹੀ ਪਛਤਾਏ ਅਤੇ ਭਾਈ ਜੀ ਦੇ ਚਰਨਾਂ ਤੇ ਡਿੱਗ ਕੇ ਗਿੜਗੜਾਣ ਲੱਗੇ। ਪਰ ਭਾਈ ਕਮਲਿਆ ਜੀ ਹੁਣ ਕੀ ਕਰ ਸਕਦੇ ਸਨ? ਉਹਨਾਂ ਦੇ ਮੁਖ ਦੇ ਇਹ ਵਚਨ ਤੀਰ ਦੇ ਵਾਂਗ ਨਿਕਲ ਚੁੱਕੇ ਸਨ, ਜੋ ਕਿ ਵਾਪਸ ਨਹੀਂ ਆ ਸਕਦੇ ਸਨ। ਲੋਕਾਂ ਦੇ ਬਾਹਰ ਆਉਣ ਦੀ ਹੀ ਦੇਰ ਸੀ ਕਿ ਸਾਰਾ ਪਿੰਡ ਨਸ਼ਟ ਹੋ ਗਿਆ। ਫਿਰ ਭਾਈ ਕਮਲਿਆ ਜੀ ਬਾਬਾ ਜੀ ਦੇ ਕੋਲ ਆ ਗਏ ਅਤੇ ਸਾਰੇ ਪਿੰਡ ਦੀ ਹਾਲਤ ਦੱਸੀ। ਬਾਬਾ ਜੀ ਨੂੰ ਫਿਰ ਕਮਲਿਆ ਜੀ ਨੇ ਪ੍ਰਾਰਥਨਾ ਕੀਤੀ, महाराज, लंगर दा की प्रबंध करना है? ਬਾਬਾ ਜੀ ਨੇ ਕਮਲਿਆ ਜੀ ਨੂੰ ਹੁਕਮ ਦਿੱਤਾ, ਸਾਰੇ ਸਿੱਧਾਂ ਦੀਆਂ ਪੰਗਤਾਂ ਲਗਵਾਓ। ਭਾਈ ਕਮਲਿਆ ਜੀ ਇਹ ਸੁਣ ਕੇ ਹੈਰਾਨ ਹੋ ਗਏ ਕਿ ਇਹਨਾਂ ਯੋਗੀਆਂ ਨੂੰ ਖਵਾਵਾਂਗੇ ਕੀ? ਅੱਜ ਤਾਂ ਭਗਵਾਨ ਦੀ ਲੀਲਾ ਭਗਵਾਨ ਹੀ ਜਾਣਨ। ਪਰ ਉਹ ਹੁਕਮ ਦੇ ਬੱਧੇ ਸਨ, ਨਾ ਨਹੀਂ ਕਹਿ ਸਕਦੇ ਸਨ। 84 ਸਿੱਧਾਂ ਦੀਆਂ ਪੰਗਤਾਂ ਲਗਵਾਈਆਂ ਗਈਆਂ ਤੇ ਹੱਥ ਧੁਆ ਦਿੱਤੇ ਗਏ, ਪੱਤਲ ਅੱਗੇ ਰੱਖ ਦਿੱਤੀਆਂ ਗਈਆਂ। ਫਿਰ ਬਾਬਾ ਜੀ ਨੇ ਇੱਕ ਪਤੀਲੇ ਤੇ ਲਾਲ ਕਪੜਾ ਪਵਾ ਕੇ ਹੁਕਮ ਦਿੱਤਾ, ਭਾਈ ਕਮਲਿਆ ਜੀ, ਜੋ ਕਿਸੇ ਦੀ ਭਾਵਨਾ ਹੈ ਉਹੀ ਭੋਜਨ ਉਸ ਦੇ ਪੱਤਲ ਤੇ ਰੱਖਦੇ ਜਾਵੋ।
ਬਾਬਾ ਸ਼੍ਰੀ ਚੰਦ ਜੀ ਨੇ ਜਿਵੇਂ ਕਿਹਾ ਸੀ, ਭਾਈ ਕਮਲਿਆ ਜੀ ਨੇ ਉਵੇਂ ਹੀ ਕੀਤਾ। 84 ਸਿੱਧਾਂ ਨੂੰ 84 ਤਰ੍ਹਾਂ ਦਾ ਅਲੱਗ-ਅਲੱਗ ਸਭ ਦੀ ਇੱਛਾ ਅਨੁਸਾਰ ਭੋਜਨ ਖਵਾਇਆ ਗਿਆ। ਭੋਜਨ ਖਾ ਕੇ ਸਾਰੇ ਸਿੱਧ ਬੜੇ ਪ੍ਰਸੰਨ ਹੋਏ। ਸਾਰਿਆਂ ਦੇ ਹਿਰਦੇ ਕਮਲ ਦੇ ਵਾਂਗ ਖਿਲ ਗਏ। ਅਹੰਕਾਰ ਦੀ ਮੈਲ ਇੰਨੀ ਉਤਰ ਚੁੱਕੀ ਸੀ ਕਿ ਉਹ ਹਲਕੇ ਫੁਲਕੇ ਹੋ ਗਏ। ਬਾਬਾ ਜੀ ਦੇ ਚਰਨਾਂ ਤੇ 84 ਸਿੱਧਾਂ ਨੇ ਨਮਸਕਾਰ ਕੀਤਾ ਅਤੇ ਕਿਹਾ, हे ਬਾਬਾ ਸ਼੍ਰੀ ਚੰਦ, ਆਪ ਧੰਨੇ ਹੋ। ਆਪ ਜੀ ਦੀ ਲੀਲਾ ਨਿਆਰੀ ਹੈ ਅਤੇ ਆਪ ਜੀ ਦੇ ਉਦਾਸੀਨ ਸੰਪਰਦਾ ਨੂੰ ਕੋਟੀ-ਕੋਟੀ ਪ੍ਰਣਾਮ ਕਰਦੇ ਹਾਂ। ਜਿਵੇਂ ਆਪ ਜੀ ਦੇ ਬਾਰੇ ਵਿੱਚ ਸੁਣਿਆ ਸੀ, ਆਪ ਉਸ ਤੋਂ ਵੀ ਵੱਧ ਕੇ ਮਹਾਯੋਗੀ ਹੋ। ਸਾਡੀਆਂ ਸਾਰੀ ਗਲਤਫਹਿਮੀਆਂ ਦੂਰ ਹੋ ਗਈ ਹਨ। ਆਪ ਜੀ ਦੀ ਲੀਲਾ ਅਪਰੰਪਾਰ ਹੈ। ਸਿੱਧਾ ਨੇ ਇਹ ਕਹਿ ਕੇ ਬਾਬਾ ਜੀ ਤੋਂ ਜਾਣ ਦੀ ਆਗਿਆ ਲਈ। ਬਾਬਾ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਬੜੇ ਸਤਿਕਾਰ ਦੇ ਨਾਲ ਵਿਦਾ ਕੀਤਾ। ਇਸ ਪਿੱਛੋਂ ਕਾਦਰਾਬਾਦ ਵਿੱਚ ਰਹਿਣ ਵਾਲੇ ਲੋਕ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਰੋਣ ਲੱਗੇ। ਬਾਬਾ ਜੀ ਨੇ ਬੜੇ ਪਿਆਰ ਨਾਲ ਦਿਲਾਸਾ ਦਿੱਤਾ ਅਤੇ ਕਿਹਾ, ਹੋਣੀ ਕਦੀ ਮਿਟ ਨਹੀਂ ਸਕਦੀ, ਧੀਰਜ ਰੱਖੋ, ਦਾਤਾ ਭਲਾ ਕਰਨਗੇ। ਪਰ ਲੋਕ ਅੱਖਾਂ ਭਰ ਕੇ ਪਛਤਾਵਾ ਕਰਨ ਲੱਗੇ। ਫਿਰ ਪਿੰਡ ਵਾਲਿਆਂ ਨੇ ਬਾਬਾ ਜੀ ਦੇ ਅੱਗੇ ਝੋਲੀ ਫੈਲਾ ਕੇ ਕਿਹਾ, ਬਾਬਾ ਜੀ ਸਾਨੂੰ ਦੱਸੋ, ਸਾਡਾ ਪਿੰਡ ਕਦੋਂ ਆਬਾਦ ਹੋਵੇਗਾ? ਬਾਬਾ ਜੀ ਨੇ ਕਿਹਾ, ਇਹ ਜੋ ਬਰਗਦ ਦਾ ਪੌਦਾ ਅਸੀਂ ਲਗਾਇਆ ਹੈ, ਜਦੋਂ ਇਹ ਆਪ ਜੀ ਦੇ ਪਿੰਡ ਤੱਕ ਪਹੁੰਚੇਗਾ ਤਾਂ ਤੁਹਾਡਾ ਪਿੰਡ ਆਬਾਦ ਹੋ ਜਾਵੇਗਾ। ਉਹ ਸਥਾਨ ਨਾਨਕ ਚੱਕ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ, ਜਿੱਥੇ ਮੱਸਿਆਂ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ ਅਤੇ ਉਹ ਬਰਗਦ ਦਾ ਦਰਖਤ ਵੀ ਉੱਥੇ ਮੌਜੂਦ ਹੈ, ਜੋ ਕਿ ਪਿੰਡ ਵਿੱਚ ਦਿਨੋ ਦਿਨ ਵੱਧ ਰਿਹਾ ਹੈ। ਇੱਥੇ ਬਾਬਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ, ਜਿੱਥੇ 84 ਸਿੱਧਾਂ ਨੂੰ ਬਾਬਾ ਜੀ ਨੇ 84 ਪ੍ਰਕਾਰ ਦਾ ਮਨ ਭਾਉਂਦਾ ਭੋਜਨ ਖਵਾ ਕੇ ਉਹਨਾਂ ਦੇ ਵਹਿਮ ਭਰਮ ਦੂਰ ਕੀਤੇ ਸਨ। ਸਤਿਨਾਮ ਸ਼੍ਰੀ ਵਾਹਿਗੁਰੂ।